एक राजे दे घर बच्चे ने जन्म लिया ਤਾਂ ਉਹਨੂੰ ਕਿਸੇ ਮਹਾਤਮਾ ਪੁਰਸ਼ ਨੇ ਕਿਹਾ ਵੀ ਇਸ ਬੱਚੇ ਨੇ ਸੰਤ ਬਣ ਜਾਣਾ, ਰਾਜਾ ਨਹੀਂ ਰਹਿਣਾ ਇਸ ਬੱਚੇ ਨੇ, ਇਹਨੇ ਫਕੀਰ ਬਣ ਜਾਣਾ। ਹੁਣ ਰਾਜਾ ਸਾਧ ਸੰਗਤ ਜੀ, ਰਾਜਿਆਂ ਦੀ ਸੋਚ ਹੈ ਜਿਹੜੀ ਉਹ ਚਾਹੁੰਦੇ ਨੇ ਵੀ ਮੈਂ ਰਾਜ ਕੀਤਾ, ਮੇਰਾ ਬੱਚਾ ਅੱਗੇ ਮੇਰੇ ਰਾਜ ਭਾਗ ਨੂੰ ਸਾਂਭੇ, ਉਹ ਤੋਂ ਅੱਗੇ ਉਹਦੇ ਬੱਚੇ ਸਾਂਭਣ। ਰਾਜੇ ਚਾਹੁੰਦੇ ਨੇ ਵੀ ਸਾਡੀਆਂ ਪੀੜ੍ਹੀਆਂ ਰਾਜ ਕਰਨ। ਪਰ ਜਦੋਂ ਉਹਨੇ ਇਹ ਗੱਲ ਸੁਣੀ, ਉਹ ਕਹਿੰਦਾ ਵੀ ਮੈਂ ਇਸ ਬੱਚੇ ਦਾ ਰਹਿਣ ਸਹਿਣ ਇਸ ਤਰ੍ਹਾਂ ਦਾ ਰੱਖਾਂਗਾ ਕਿ ਇਹ ਫਕੀਰ ਬਣਨ ਦੀ ਗੱਲ ਤਾਂ ਬੜੀ ਦੂਰ ਦੀ ਹੈ, ਇਹ ਫਕੀਰੀ ਬਾਰੇ ਸੋਚੇਗਾ ਵੀ ਨਹੀਂ। ਉਹਨੇ ਸਾਧ ਸੰਗਤ ਜੀ ਸੈਂਕੜੇ ਕਿੱਲੇ ਜ਼ਮੀਨ, ਉਹਨਾਂ ਦੇ ਆਲੇ ਦੁਆਲੇ ਦੀਵਾਰ ਖੜੀ ਕਰ ਦਿੱਤੀ, ਚਾਰ ਦੀਵਾਰੀ ਕਰ ਦਿੱਤੀ। ਇੱਕ ਸਾਧ ਸੰਗਤ ਜੀ ਵੱਖਰਾ ਮਹਿਲ ਬਣਾ ਦਿੱਤਾ। ਉਸ ਚਾਰ ਦੀਵਾਰੀ ਦੇ ਅੰਦਰ ਮੇਲੇ ਲਾ ਦਿੱਤੇ। ਜਿਉਂ ਹੀ ਬੱਚੇ ਨੇ ਹੋਸ਼ ਸੰਭਾਲੀ, ਉਸ ਬੱਚੇ ਨੂੰ ਉਸ ਹਾਸੇ ਖੇਡੇ ਰੌਣਕ ਮੇਲਿਆਂ ਦੇ ਵਿੱਚ ਛੱਡ ਦਿੱਤਾ ਤੇ ਇਹ ਐਲਾਨ ਕਰ ਦਿੱਤਾ ਵੀ ਇਸ ਚਾਰ ਦੀਵਾਰੀ ਦੇ ਅੰਦਰ ਕੋਈ ਬਜ਼ੁਰਗ ਨਹੀਂ ਜਾਏਗਾ, ਕੋਈ ਬਿਮਾਰ ਨਹੀਂ ਇਹਦੇ ਅੰਦਰ ਆਉਣਾ ਚਾਹੀਦਾ। ਸਿਰਫ ਨੌਜਵਾਨ ਕੁੜੀਆਂ, ਨੌਜਵਾਨ ਲੜਕੇ, ਬਸ ਉਹੀ ਇਹਦੇ ਅੰਦਰ ਆ ਕੇ ਇੱਥੇ ਹਾਸਾ ਖੇਡਾ ਖੁਸ਼ੀਆਂ ਮਨਾਉਣਗੇ। ਕੋਈ ਵੀ ਇੱਥੇ ਸੋਗ ਵਾਲੀ ਗੱਲ ਨਹੀਂ ਹੋਏਗੀ। ਹੁਣ ਸਾਧ ਸੰਗਤ ਜੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਕਹਿੰਦੇ ਬੱਚਾ ਜਵਾਨ ਹੋਇਆ ਉੱਥੇ ਹੀ ਸਾਧ ਸੰਗਤ ਜੀ ਇੱਥੋਂ ਤੱਕ ਇਤਿਹਾਸਕਾਰ ਦੱਸਦੇ ਵੀ ਉਹਦੀ ਸ਼ਾਦੀ ਵੀ ਹੋ ਗਈ। ਤੇ ਗੁਰੂ ਪਿਆਰੇ, ਉਹ ਸਮਾਂ ਬੜਾ ਬਲਵਾਨ ਹੈ। ਇੱਕ ਦਿਨ ਉਸ ਰਾਜਕੁਮਾਰ ਨੇ ਰਾਜੇ ਨੂੰ ਕਿਹਾ ਵੀ ਉਹ ਸਾਹਮਣੇ ਜੀ ਜਿਹੜੀ ਦੀਵਾਰ ਪਿਤਾ ਜੀ ਤੁਸੀਂ ਬਣਵਾਈ ਹੈ, ਮੈਂ ਕਦੀ ਉਹਦੇ ਪਰਲੇ ਪਾਸੇ ਜਾ ਕੇ ਨਹੀਂ ਵੇਖਿਆ, ਮੇਰਾ ਅੱਜ ਮਨ ਹੈ, ਮੈਂ ਜਾਣਾ ਚਾਹੁੰਦਾ। ਰਾਜਾ ਕਹਿੰਦਾ ਪੁੱਤਰਾ, ਕੋਈ ਲੋੜ ਨਹੀਂ ਬਾਹਰ ਜਾਣ ਦੀ, ਤੈਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ, ਕੋਈ ਦੁਨੀਆ ਦੀ ਕੋਈ ਵੀ ਤੂੰ ਮੰਗ ਕਰ, ਤੈਨੂੰ ਇੱਥੇ ਮਿਲੇਗੀ, ਬਾਹਰ ਜਾਣ ਦੀ ਲੋੜ ਹੀ ਨਹੀਂ। ਕਹਿੰਦਾ ਪਿਤਾ ਜੀ ਕੱਲ੍ਹ ਨੂੰ ਰਾਜ ਭਾਗ ਵੀ ਸਾਂਭਣਾ, ਜੇ ਮੈਨੂੰ ਰਾਜ ਭਾਗ ਬਾਰੇ ਕੁਛ ਪਤਾ ਹੀ ਨਾ ਹੋਏਗਾ ਤੇ ਮੈਂ ਕਿਵੇਂ ਸਾਂਭਾਂਗਾ। ਤੇ ਸਾਧ ਸੰਗਤ ਜੀ ਰਾਜਕੁਮਾਰ ਨੇ ਜਦੋਂ ਹੱਠ ਕੀਤਾ, ਉਹ ਕਹਿੰਦੇ ਚਲੋ ਜਾਓ। ਰੱਥ ਦੇ ਦਿੱਤਾ, ਰਥਵਾਹੀ ਨੂੰ ਸਮਝਾ ਦਿੱਤਾ ਵੀ ਇਹਦੇ ਨਾਲ ਕੋਈ ਫਾਲਤੂ ਗੱਲ ਨਾ ਕਰੀ, ਕੋਈ ਵੀ ਇਸ ਤਰ੍ਹਾਂ ਦੀ ਗੱਲ ਆਪਣੇ ਨਗਰ ਸ਼ਹਿਰ ਬਾਰੇ ਨਹੀਂ ਦੱਸਣੀ, ਬਸ ਘੁਮਾ ਕੇ ਵਾਪਸ ਲੈ ਆ। ਗੁਰੂ ਪਿਆਰਿਓ, ਜਦੋਂ ਜੀਵਨ ਦੇ ਵਿੱਚ ਕੋਈ ਬਦਲਾਵ ਆਉਂਦਾ, ਕੋਈ ਸੋਝੀ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਣੀ ਹੁੰਦੀ ਹੈ ਨਾ ਕੋਈ ਵਿਧੀ ਬਣ ਜਾਂਦੀ ਹੈ। ਕਈ ਵਾਰੀ ਐਸੇ ਵੀ ਮੈਂ ਪੁਰਸ਼ ਵੇਖੇ ਨੇ ਜਿਨ੍ਹਾਂ ਨੇ ਕਦੀ ਜ਼ਿੰਦਗੀ ਵਿੱਚ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਲੈਣ ਦੀ ਕਿਹੜੀ ਗੱਲ ਹੈ, ਸਾਰੀ ਜ਼ਿੰਦਗੀ, ਮੈਂ ਇੱਦਾਂ ਦੇ ਗੁਰਸਿੱਖਾਂ ਨੂੰ ਵੀ ਜਾਣਦਾ, ਪਹਿਲਾਂ 2-2 ਬੋਤਲਾਂ ਸ਼ਰਾਬ ਪੀਂਦੇ ਸੀ, ਪਰ ਇੱਕ ਦਿਨ ਐਸਾ ਗੁਰੂ ਘਰ 'ਚ ਜਾ ਕੇ ਐਸੀ ਸ਼ਬਦ ਨੇ ਚੋਟ ਕੀਤੀ, ਇਹੋ ਜਿਹਾ ਗੁਰੂ ਨੇ ਬਾਣ ਮਾਰਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਿਆ ਕਲੇਜੇ ਸ਼ੇਕ। ਐਸਾ ਬਚਨ ਨਿਸ਼ੇਕ ਕਰ ਦਿੱਤਾ। ਸ਼ੇਕ ਦਾ ਮਤਲਬ ਸਾਧ ਸੰਗਤ ਜੀ ਮਨ ਵਿੱਚ ਗੱਲ ਬਚਨ ਖੁੱਭ ਗਿਆ। ਐਸਾ ਬਚਨ ਨੇ ਵਾਰ ਕੀਤਾ ਕਿ ਗੁਰੂ ਵਾਲੇ ਹੋ ਕੇ ਰਹਿ ਗਏ। ਕਹਿੰਦੇ 2-2 ਬੋਤਲਾਂ ਸ਼ਰਾਬ ਪੀਣ ਵਾਲੇ ਅੱਜ ਸਾਧ ਸੰਗਤ ਜੀ ਅੰਮ੍ਰਿਤ ਧਾਰੀ ਹੋ ਕੇ ਸਾਬਤ ਸੂਰਤ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ, ਰਾਜਕੁਮਾਰ ਰੱਥ ਤੇ ਸਵਾਰ ਹੋ ਕੇ ਕਹਿੰਦੇ ਨਿਕਲਿਆ। ਜਿਉਂ ਹੀ ਸ਼ਹਿਰ ਵੱਲ ਚਾਲੇ ਪਾਏ, ਜਾਂਦਿਆਂ ਜਾਂਦਿਆਂ ਰਥਵਾਹੀ ਨੂੰ ਕਹਿੰਦਾ ਚਲਾਈ ਚੱਲ, ਜਿੱਥੋਂ ਤੱਕ ਮੈਂ ਨਹੀਂ ਕਹਿੰਦਾ ਮੁੜਨਾ ਨਹੀਂ, ਚੱਲ। ਜਾਂਦਿਆਂ ਜਾਂਦਿਆਂ ਸਾਧ ਸੰਗਤ ਜੀ ਬੜੀ ਦੂਰ ਲੰਘ ਕੇ ਕਹਿੰਦੇ ਇੱਕ ਪਿੰਡ ਦੇ ਵਿੱਚ ਜਾ ਵੜੇ। ਉਸ ਪਿੰਡ ਦੇ ਵਿੱਚ ਕੀ ਦੇਖਦੇ ਨੇ ਕਿ ਇੱਕ ਸਾਧ ਸੰਗਤ ਜੀ ਮੰਜੇ ਤੇ ਪਿਆ, ਬੜੀ ਉੱਚੀ ਉੱਚੀ ਕਰ ਲਾਉਂਦਾ, ਬੜਾ ਉੱਚੀ ਉੱਚੀ। ਸਾਧ ਸੰਗਤ ਜੀ ਬੇਮੁਖ ਹੋਏ, ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੇ ਕਵੜੇ ਹੋਏ ਗਏ ਜਿਤੜੇ ਮਾਇਆ ਭੋਗ। ਗੁਰੂ ਪਿਆਰਿਓ, ਸਰੀਰ ਦਾ ਕਾਹਦਾ ਮਾਣ ਹੈ,
ਗੁਰੂ ਸਾਹਿਬ ਕਹਿੰਦੇ ਨੇ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਗੁਰੂ ਪਿਆਰਿਓ, ਇਸ ਸਰੀਰ ਦਾ ਕਾਹਦਾ ਮਾਣ ਹੈ? ਸਰੀਰ ਤੇ ਅੱਜ ਜੇ ਬਲਵਾਨ ਹੈ ਤੇ ਕੱਲ ਨੂੰ ਰਵਿਦਾਸ ਮਹਾਰਾਜ ਕਹਿੰਦੇ ਨੇ ਬੰਕੇ ਬਾਲ ਪਾਗ ਸਿਰ ਢੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਸਵਾਦ ਇੱਕ ਦਿਨ ਢੇਰੀ ਹੋ ਕੇ ਰਹਿ ਜਾਣਾ। ਰਹੋ ਵਿਚਾਰ ਸਾਧ ਸੰਗਤ ਜੀ। ਤੇ ਉਸ ਸਮੇਂ ਰਾਜਕੁਮਾਰ ਰੱਥ ਚਲਾਉਣ ਵਾਲੇ ਨੂੰ ਪੁੱਛਦਾ ਹੈ, ਕਹਿੰਦਾ ਵੀ ਇਹ ਕੌਣ ਹੈ? ਉਹ ਕਹਿੰਦਾ ਜੀ ਇਹ ਰੋਗੀ ਹੈ। ਕਹਿੰਦੇ ਰੋਗੀ? ਪਹਿਲੀ ਵਾਰੀ ਸੁਣਿਆ ਵੀ ਇਹ ਕੀ ਹੁੰਦਾ, ਰੋਗੀ ਕੀ ਹੁੰਦਾ? ਕਹਿੰਦੇ ਰੋਗੀ, ਕਹਿੰਦੇ ਹੁਣ ਸਮਾਂ ਆ ਗਿਆ, ਇਹਦੇ ਸਰੀਰ ਨੂੰ ਰੋਗ ਲੱਗ ਗਿਆ, ਕਿਉਂਕਿ ਸਮਾਂ ਆ ਗਿਆ। ਸਮਾਂ ਸਮਰੱਥ ਹੈ। ਐਵੇਂ ਨਹੀਂ, ਗੁਰੂ ਨਾਨਕ ਸਾਹਿਬ ਨੇ ਬਚਨ ਕਰਤਾ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ। ਕਹਿੰਦੇ ਜਿਹੜਾ ਰੂਪ ਅੱਜ ਦੂਰੋਂ ਲਿਸ਼ਕਾ ਮਾਰਦਾ, ਕਹਿੰਦੇ ਇਹੋ ਜਿਹਾ ਸਮਾਂ ਆ ਜਾਂਦਾ, ਇਹ ਰੂਪ ਵੱਲ ਵੇਖਣ ਨੂੰ ਜੀ ਨਹੀਂ ਕਰਦਾ। ਉਹੀ ਚਿਹਰਾ, ਕਹਿੰਦੇ ਉਹੀ ਚਿਹਰਾ ਮੁਰਝਾ ਜਾਂਦਾ ਹੈ, ਕਿਉਂਕਿ ਸਾਧ ਸੰਗਤ ਜੀ ਸਮਾਂ ਆ ਗਿਆ। ਗੁਰੂ ਪਿਆਰਿਓ, ਉਹ ਕਹਿੰਦੇ ਜੀ ਸਰੀਰ ਦੇ ਵਿੱਚ ਕਮਜ਼ੋਰੀ ਆ ਗਈ, ਕਮਜ਼ੋਰੀ ਕਾਰਨ ਬਿਮਾਰੀਆਂ ਲੱਗ ਗਈਆਂ। ਹੁਣ ਇਹ ਮੰਜੇ ਤੇ ਪਿਆ ਹਾਏ ਹਾਏ ਕਰਦਾ, ਕਿਉਂਕਿ ਸਰੀਰ ਬਿਮਾਰੀਆਂ ਦੇ ਨਾਲ ਝੰਜੋੜਿਆ ਗਿਆ। ਉਹ ਕਹਿੰਦੇ ਫਿਰ ਇਹਦਾ ਮਤਲਬ ਮੈਂ ਵੀ ਇੱਕ ਦਿਨ ਬਿਮਾਰ ਹੋ ਜਾਵਾਂਗਾ। ਕਹਿੰਦੇ ਜੀ ਹਾਂਜੀ, ਇਹ ਤਾਂ ਸਰੀਰ ਦੇ ਨਾਲ ਹੀ ਨੇ। ਦੁੱਖ ਸੁੱਖ ਜਦੋਂ ਸਰੀਰ ਜਿਹੜਾ ਹੈ ਇੱਕ ਨਾ ਇੱਕ ਦਿਨ ਬੁੱਢਾ ਵੀ ਹੋਣਾ, ਇਹਨੇ ਕਮਜ਼ੋਰ ਵੀ ਹੋਣਾ। ਸਾਧ ਸੰਗਤ ਜੀ, ਮਨ ਨੂੰ ਬੜੀ ਚੋਟ ਲੱਗੀ ਵੀ ਮਨਾ ਕਿੱਧਰ ਤੁਰੇ ਫਿਰਦੇ ਆ, ਵੀ ਸਰੀਰ ਨੇ ਤੇ ਇੱਕ ਦਿਨ ਬਿਮਾਰ ਹੋ ਜਾਣਾ। ਉਹ ਬਚਨ ਸਾਧ ਸੰਗਤ ਜੀ ਘਰ ਘਰ ਗਿਆ ਮਨ ਵਿੱਚ। ਫੇਰ ਥੋੜਾ ਜਿਹਾ ਅੱਗੇ ਗਏ, ਜਾਂਦਿਆਂ ਜਾਂਦਿਆਂ ਸਾਧ ਸੰਗਤ ਜੀ ਇੱਕ ਬਜ਼ੁਰਗ ਮਿਲ ਪਿਆ, ਉਹਦੇ ਹੱਥ ਵਿੱਚ ਖੁੰਡੀ ਫੜੀ ਹੈ। ਜਿਵੇਂ ਮਹਾਰਾਜ ਬਚਨ ਕਰਦੇ ਆ, ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨਾ। ਕਹਿੰਦੇ ਸਿਰ ਕੰਬਦਾ, ਪੱਗ ਡਗ ਮਗੇ। ਕਹਿੰਦੇ ਜਦੋਂ ਕੋਈ ਟਾਈਮ ਹੁੰਦਾ ਸੀ ਨਾ, ਕਹਿੰਦੇ ਤੌਰ ਵੇਖ ਕੇ ਲੋਕ ਕਹਿੰਦੇ ਸੀ ਕਿੰਨਾ ਸੋਹਣਾ ਤੁਰਦਾ। ਕਹਿੰਦੇ ਅੱਜ ਤੋਰ ਇਹੋ ਜਿਹੀ ਹੋਈ ਪਈ ਹੈ, ਤੁਰਿਆ ਹੀ ਨਹੀਂ ਜਾਂਦਾ ਚੱਜ ਨਾਲ। ਲੱਤਾਂ ਵੀ ਕੰਬਦੀਆਂ ਨੇ, ਸਿਰ ਵੀ ਕੰਬਦਾ, ਹੱਥ ਪੈਰ ਕੰਬਦੇ, ਬੋਲਣ ਲੱਗਿਆ ਜੀਭ ਵੀ ਥਥਲਾ ਜਾਂਦੀ ਹੈ। ਅੱਖਾਂ ਦੇ ਭਰਵੱਟੇ ਚਿੱਟੇ, ਚਿੱਟਾ ਦਾੜਾ। ਸਾਧ ਸੰਗਤ ਜੀ ਖੁੰਡੀ ਫੜ ਕੇ ਬਜ਼ੁਰਗ ਤੁਰਿਆ ਜਾਂਦਾ। ਕਹਿੰਦੇ ਕੌਣ ਇਹ? ਕਹਿੰਦੇ ਜੀ ਬਜ਼ੁਰਗ। ਕਹਿੰਦੇ ਇੱਕ ਦਿਨ ਅਸੀਂ ਵੀ ਬਜ਼ੁਰਗ ਹੋ ਜਾਣਾ। ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ। ਕਹਿੰਦੇ ਇੱਕ ਦਿਨ ਅਸੀਂ ਵੀ ਬੁੱਢਿਆ ਹੋ ਜਾਣਾ। ਸਾਧ ਸੰਗਤ ਜੀ ਜਦੋਂ ਇਹ ਦੇਖਿਆ ਨਾ, ਚਿਹਰੇ ਤੇ ਝਰੂੜੀਆਂ, ਚਿੱਟਾ ਦਾੜਾ, ਸਰੀਰ ਕਮਜ਼ੋਰ, ਤੁਰਿਆ ਵੀ ਨਹੀਂ ਜਾਂਦਾ। ਸਾਧ ਸੰਗਤ ਜੀ ਮਨ ਹੋਰ ਵੀ ਵਿਰਾਗ 'ਚ ਆ ਗਿਆ। ਹੋਰ ਕਹਿੰਦੇ ਅੱਗੇ ਲੰਘੇ। ਜਦੋਂ ਸਾਧ ਸੰਗਤ ਜੀ ਅਖੀਰਲੀ ਵਾਰ ਜਦੋਂ ਉੱਥੋਂ ਵਾਪਸ ਮੁੜੇ ਵੀ ਚੱਲੀ ਹੁਣ ਮਹਿਲ ਵੱਲ ਚੱਲੇ, ਪਾਓ ਚੱਲੀਏ ਵਾਪਸ। ਆਉਂਦਿਆਂ ਆਉਂਦਿਆਂ ਨੇ ਕੀ ਵੇਖਿਆ, ਇੱਕ ਅਰਥੀ ਦੇ ਉੱਤੇ ਸਰੀਰ ਪਾ। ਸਾਧ ਸੰਗਤ ਜੀ ਲਈ ਜਾਂਦੇ ਨੇ, ਪਿੱਛੇ ਭੀੜ ਤੁਰੀ ਜਾਂਦੀ ਹੈ, ਅੱਗੇ ਜਪਦੇ ਜਾਂਦੇ ਨੇ, ਉਸ ਪ੍ਰਮਾਤਮਾ ਦਾ ਨਾਮ ਜਪਦੇ ਜਾਂਦੇ ਨੇ, ਤੇ ਅਰਥੀ ਦੇ ਚਿੱਟੀ ਚਾਦਰ ਨਾਲ ਢੱਕ ਕੇ ਸਰੀਰ ਲਈ ਜਾਂਦੇ ਨੇ। ਤਾਂ ਉਸ ਸਮੇਂ ਰਾਜਕੁਮਾਰ ਕਹਿੰਦੇ ਆਹ ਕੌਣ ਹੈ? ਕਹਿੰਦੇ ਜੀ ਬਸ ਆਹੀ ਤੇ ਅਖੀਰ ਹੈ, ਆਹੀ ਤੇ ਸਮਾਂ ਅਖੀਰਲਾ। ਇਸੇ ਜਗ੍ਹਾ ਤੇ ਤਾਂ ਪਹੁੰਚਣਾ ਅਸੀਂ, ਇਹੀ ਤਾਂ ਸਮਾਂ ਹੈ। ਸਾਧ ਸੰਗਤ ਜੀ ਜਦੋਂ ਇਹ ਚੀਜ਼ ਵੇਖੀ, ਕਹਿੰਦੇ ਇਹ ਤੇ ਬੜਾ ਤੰਦਰੁਸਤ ਸੀ, ਇਹ ਤਾਂ ਕਿਸੇ ਸਮੇਂ ਤੁਰਿਆ ਫਿਰਦਾ ਸੀ। ਬਸ ਕਹਿੰਦੇ ਜੀ ਜਿਹੜਾ ਇਹਦੇ ਅੰਦਰ ਸੀ ਨਾ, ਉਹਦੀ ਬਦੌਲਤ ਇਹ ਤੁਰਿਆ ਫਿਰਦਾ ਸੀ। ਜੋ ਇਹਦੇ ਅੰਦਰ ਜੋਤ ਜਗਦੀ ਸੀ, ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਕਹਿੰਦੇ ਜੋ ਰੱਬ ਨੇ ਇਹਦੇ ਵਿੱਚ ਪ੍ਰਾਣ ਪਾਏ ਸੀ, ਜੋਤ ਪਾਈ ਸੀ, ਉਹਦੇ ਕਰਕੇ ਤੁਰਿਆ ਫਿਰਦਾ ਸੀ।
ਅੱਜ ਇਹ ਕਹਿੰਦੇ ਆਪਣੇ ਤੇ ਖੜਨ ਜੋਗਾ ਵੀ ਇਹਦੇ 'ਚ ਦਮ ਨਹੀਂ, ਚਾਰ ਜਾਣੇ ਚੁੱਕ ਕੇ ਲਈ ਜਾਂਦੇ ਨੇ। ਕਿਉਂ ਲਈ ਜਾਂਦੇ ਨੇ? ਕਿਉਂਕਿ ਇਹਦੇ ਵਿੱਚੋਂ ਪ੍ਰਮਾਤਮਾ ਨੇ ਜੋਤ ਜਿਹੜੀ ਸੀ ਉਹਨੂੰ ਸੱਦ ਲਿਆ। ਜਿਹਾ ਜਿਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੀ ਨਾਨਕਾ ਸੱਦੇ ਉੱਠੀ ਜਾਹੇ। ਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਸੱਦਾ ਆ ਗਿਆ, ਘੱਲੇ ਆਵੀ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਘੱਲਿਆ ਉਦੋਂ ਆਏ ਆ ਤੇ ਹੁਣ ਸੱਦਾ ਆ ਗਿਆ, ਕਹਿੰਦੇ ਚਲੇ ਗਏ। ਰਾਜਕੁਮਾਰ ਨੂੰ ਐਸੀ ਮਨ ਨੂੰ ਚੋਟ ਲੱਗੀ, ਸਾਧ ਸੰਗਤ ਜੀ, ਫਕੀਰਾਂ ਵਾਲੇ ਵਸਤਰ ਪਾ ਕੇ ਜਾ ਕੇ ਜੰਗਲਾਂ 'ਚ ਤਪ ਕਰਨ ਚਲੇ ਗਿਆ। ਹੁਣ ਐਸਾ ਮਾਲਕ ਦੇ ਇਨਾਮ ਦਾ ਵਿਰਾਗ ਲੱਗਿਆ, ਕਈ ਸਾਲ ਸਾਧ ਸੰਗਤ ਜੀ ਫਿਰ ਰਾਜ ਭਾਗ 'ਚ ਨਹੀਂ ਆਇਆ। ਜਾ ਕੇ ਭਗਤੀ ਕਰਕੇ ਕਈ ਸਾਲ ਫਿਰ ਰਾਜੇ ਦੇ ਕੋਲ ਆਪਣੇ ਪਿਤਾ ਨੂੰ ਮਿਲਣ ਵਾਸਤੇ ਆਏ। ਪਿਤਾ ਨੇ ਆਂਦੇ ਸਾਰ ਗਲਵੱਕੜੀ ਪਾਲੀ, ਰੋਣ ਲੱਗ ਪਿਆ। ਕਹਿੰਦਾ ਪੁੱਤਰਾ ਤੂੰ ਚਲਿਆ ਤੇ ਗਿਆ, ਇੱਕ ਗੱਲ ਦਾ ਜਵਾਬ ਦੇ ਦੇ, ਤੂੰ ਜੰਗਲਾਂ 'ਚ ਗਿਆ, ਤੈਨੂੰ ਜਾ ਕੇ ਮਿਲਿਆ ਕੀ ਹੈ? ਰਾਜਕੁਮਾਰ ਕਹਿੰਦਾ ਪਿਤਾ ਜੀ ਤੁਹਾਡੀ ਗੱਲ ਤੇ ਸੱਚੀ ਹੈ, ਮਿਲਿਆ ਤੇ ਜੰਗਲਾਂ 'ਚ ਵਿੱਚ ਜਾ ਕੇ ਕੁਛ ਵੀ ਨਹੀਂ ਸੀ, ਪਰ ਜੋ ਮਿਲਿਆ ਸੀ ਉਹਦੇ ਬਾਰੇ ਪਤਾ ਲੱਗ ਗਿਆ। ਇਹ ਬੜੀ ਡੂੰਘੀ ਗੱਲ ਹੈ ਸਾਧ ਸੰਗਤ ਜੀ, ਬੜੇ ਗੌਰ ਨਾਲ ਸੁਣਿਓ। ਕਹਿੰਦੇ ਜੰਗਲਾਂ ਵਿੱਚ ਜਾ ਕੇ ਮਿਲਿਆ ਕੁਛ ਵੀ ਨਹੀਂ, ਪਰ ਜੋ ਮੈਨੂੰ ਮਿਲਿਆ ਸੀ ਉਹਦੇ ਬਾਰੇ ਪਤਾ ਲੱਗ ਗਿਆ। ਸੋ ਸਾਧ ਸੰਗਤ ਜੀ ਆਓ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਆਓ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਕਰੀਏ, ਗੁਰੂ ਪਾਤਸ਼ਾਹ ਨਾਲ ਜੁੜਿਆ ਕਰੀਏ, ਗੁਰਬਾਣੀ ਸੁਣਿਆ ਕਰੀਏ, ਗੁਰੂ ਦਾ ਇਤਿਹਾਸ ਸੁਣਿਆ ਕਰੀਏ। ਉਹ ਸਾਧ ਸੰਗਤ ਜੀ ਰਾਜਕੁਮਾਰ ਹੋਰ ਕੋਈ ਨਹੀਂ ਸੀ, ਉਹ ਇੱਕ ਮਹਾਤਮਾ ਬੁੱਧ, ਜੋ ਬੜੇ ਹੀ ਮਹਾਨ ਮਹਾਪੁਰਸ਼ ਹੋਏ ਨੇ, ਰੱਬੀ ਰੂਪ, ਜਿਨ੍ਹਾਂ ਨੇ ਸੰਸਾਰ ਨੂੰ ਇਹ ਸਾਧ ਸੰਗਤ ਜੀ ਸੋਝੀ ਬਖਸ਼ੀ, ਆਪਣਾ ਰਾਜ ਭਾਗ ਛੱਡ ਕੇ ਪ੍ਰਮਾਤਮਾ ਦੀ ਭਗਤੀ ਕੀਤੀ। ਸੋ ਇਹ ਸਾਧ ਸੰਗਤ ਜੀ ਸਾਨੂੰ ਇਹਦੇ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਭਾਈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਬਰ ਸੰਗ ਤੋਰੀ। ਇਹ ਨਹੀਂ ਹੁੰਦਾ ਵੀ ਅਸੀਂ ਆਪਣੇ ਕੰਮ ਧੰਦੇ ਧੰਦਾਰਾਂ ਵਿੱਚ ਹੀ ਐਸੇ ਖੱਜਲ ਖੁਆਰ ਇੰਨੇ ਕੁ ਜ਼ਿਆਦਾ ਅਸੀਂ ਹੋ ਜਾਈਏ, ਇੱਧਰ ਇੰਨੇ ਕੁ ਜ਼ਿਆਦਾ ਸਾਧ ਸੰਗਤ ਜੀ ਸਮਾਂ ਦੇਣ ਲੱਗ ਜਾਈਏ ਕਿ ਪ੍ਰਮਾਤਮਾ ਦੀ ਸੰਗਤ, ਗੁਰੂ ਪਾਤਸ਼ਾਹ ਦੇ ਘਰ ਨੂੰ ਸਮਾਂ ਦੇਣਾ ਹੀ ਭੁੱਲ ਜੀ। ਇਸ ਕਰਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰੂ ਪਾਤਸ਼ਾਹ ਦੀ ਸੰਗਤ ਕਰੀਏ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।